ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਉਹਨਾਂ ਖਬਰਾਂ ਦੀ ਕਰਾਂਗੇ ਜਿਹੜੀਆਂ ਹਫ਼ਤਾ ਭਰ ਕੈਨੇਡਾ ਵਿੱਚ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਵੱਡੀ ਖੁਸ਼ਖਬਰੀ, ਹੁਣ 18 ਮਹੀਨਿਆਂ ਦੇ ਓਪਨ ਵਰਕ ਪਰਮਿਟ ਦਾ ਐਲਾਨ। 에ਅਰ ਕੈਨੇਡਾ ਵੱਲੋਂ ਉਡਾਨਾਂ ਰੱਦ ਕਰਨ ਦਾ ਐਲਾਨ, 에ਅਰਲਾਈਨ ਨੇ ਸਾਂਝੀ ਕੀਤੀ ਇਸ ਦੀ ਜਾਣਕਾਰੀ। ਸਿਟੀਜ਼ਨਸ਼ਿਪ ਅਰਜ਼ੀਆਂ ਵਾਸਤੇ ਫੀਸ ਮੁਆਫ, ਇਮੀਗ੍ਰੇਸ਼ਨ ਮੰਤਰੀ ਨੇ ਦਿੱਤੀ ਜਾਣਕਾਰੀ। ਇਮੀਗ੍ਰੇਸ਼ਨ ਵਿੱਚ ਦੇਰੀ ਤੇ ਟਰੂਡੋ ਦਾ ਬਿਆਨ, ਕਿਹਾ ਚੱਲਦਾ ਆਵੇਗਾ ਫਾਈਲਾਂ ਤੇ ਫੈਸਲਾ। ਇਸ ਹਫ਼ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ। ਇਮੀਗ੍ਰੇਸ਼ਨ ਮੰਤਰੀ ਵੱਲੋਂ ਓਪਨ ਵਰਕ ਪਰਮਿਟ ਦਾ ਐਲਾਨ ਕੀਤਾ ਗਿਆ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 18 ਮਹੀਨੇ ਦਾ ਵਰਕ ਪਰਮਿਟ ਦੇਣ ਸੰਬੰਧੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਦੱਸਿਆ ਗਿਆ ਕਿ ਉਹਨਾਂ ਨੂੰ ਵੀ ਰਾਹਤ ਮਿਲੇਗੀ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ। ਕੈਨੇਡਾ ਤੋਂ ਵਰਕ ਪਰਮਿਟ ਬਾਰੇ ਇੱਕ ਵੱਡਾ ਐਲਾਨ ਹੋਇਆ, ਜਿੱਥੇ ਦੱਸਿਆ ਗਿਆ ਹੈ ਕਿ ਹੁਣ ਵਿਦਿਆਰਥੀਆਂ ਨੂੰ 18 ਮਹੀਨੇ ਦਾ ਓਪਨ ਵਰਕ ਪਰਮਿਟ ਦਿੱਤਾ ਜਾਵੇਗਾ। ਜੀ ਹਾਂ, ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਹ ਚੰਗੀ ਖਬਰ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਕੈਨੇਡਾ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਦੇ ਵਰਕ ਪਰਮਿਟ ਦੀ ਮਿਆਦ ਨੂੰ ਵਧਾਉਣ ਅਤੇ ਓਪਨ ਪਰਮਿਟ ਜਾਰੀ ਕਰਨ ਦੇ ਬਾਰੇ ਹੁਣ ਖਾਸ ਜਾਣਕਾਰੀ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕੰਮ ਕਰਨ ਵਾਲਿਆਂ ਨੇ ਵਰਕ ਪਰਮਿਟ 20 ਸਤੰਬਰ 2021 ਤੋਂ ਲੈ ਕੇ 31 ਦਸੰਬਰ 2022 ਦੌਰਾਨ ਐਕਸਪਾਇਰ ਹੋਣਗੇ, ਉਹ ਕੰਮ ਕਰਨ ਵਾਲੇ ਇਸ ਪਾਲਿਸੀ ਅਧੀਨ ਅਪਲਾਈ ਕਰ ਸਕਣਗੇ। ਇਮੀਗ੍ਰੇਸ਼ਨ ਵਿਭਾਗ ਦੇ ਇਸ ਐਲਾਨ ਦਾ ਸਵਾਗਤ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਟਵੀਟ ਕਰਦਿਆਂ ਕਿਹਾ ਗਿਆ ਕਿ ਇਸ ਸਮੇਂ ਦੌਰਾਨ ਵਰਕ ਪਰਮਿਟ ਦੀ ਮਿਆਦ ਮੁੱਕਣ ਵਾਲੇ ਨੌਜਵਾਨਾਂ ਨੂੰ 18 ਮਹੀਨਿਆਂ ਦੇ ਓਪਨ ਵਰਕ ਪਰਮਿਟ ਜਾਰੀ ਕੀਤੇ ਜਾਣਗੇ। ਇਹ ਐਲਾਨ ਸਾਹਮਣੇ ਆਉਣ ਤੋਂ ਬਾਅਦ ਐਕਸਪਰਟਸ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਵਿਭਾਗ ਨੂੰ ਜ਼ਰੂਰਤ ਕਿਉਂ ਪਈ ਹੈ। ਜੀ ਹਾਂ, ਇਮੀਗ੍ਰੇਸ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਕੋਵਿਡ-19 ਦੇ ਚੱਲਦਿਆਂ PR ਦੇ ਡਰਾਅ ਨਹੀਂ ਕੱਟੇ ਗਏ ਤੇ ਇਸ ਦੌਰਾਨ ਬਹੁਤ ਸਾਰੇ ਵਿਅਕਤੀਆਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ, ਜਿਸ ਦੇ ਚੱਲਦਿਆਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਲਗਾਤਾਰ ਵਰਕ ਪਰਮਿਟ ਦੀ ਮਿਆਦ ਵਿੱਚ ਵਾਧਾ ਕੀਤਾ ਜਾਂਦਾ ਰਿਹਾ ਹੈ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਨਵਰੀ 2021 ਦੌਰਾਨ ਜਨਵਰੀ ਤੋਂ 27 ਨਵੰਬਰ 2021 ਦਰਮਿਆਨ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਵਿਦਿਆਰਥੀਆਂ ਨੂੰ 18 ਮਹੀਨਿਆਂ ਦਾ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਵਿਭਾਗ ਵੱਲੋਂ ਜਨਵਰੀ ਤੋਂ ਲੈ ਕੇ ਦਸੰਬਰ 2022 ਦਰਮਿਆਨ 95,000 ਵਿਅਕਤੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਵੀ ਗੱਲ ਕਹੀ ਸੀ। ਹੁਣ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਵੱਲੋਂ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਫੈਸਲਾ ਕਾਫੀ ਜ਼ਿਆਦਾ ਲੇਟ ਲਿਆ ਗਿਆ ਹੈ, ਪਰ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਇਹ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ। 에ਅਰ ਕੈਨੇਡਾ ਵੱਲੋਂ ਇਸ ਹਫ਼ਤੇ ਵੱਡਾ ਐਲਾਨ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਕਈ ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਨੇ। ਜਿਹੜੀਆਂ ਉਡਾਨਾਂ ਰੱਦ ਕੀਤੀਆਂ ਜਾਣਗੀਆਂ ਉਸ ਬਾਰੇ 에ਅਰ ਕੈਨੇਡਾ ਵੱਲੋਂ ਕਾਰਨ ਵੀ ਸਪਸ਼ਟ ਕੀਤਾ ਗਿਆ ਤੇ ਦੱਸਿਆ ਵੀ ਗਿਆ ਹੈ ਕਿ ਕਿਹੜੇ ਰੂਟਸ ਦੀਆਂ ਉਡਾਨਾਂ ਉਹਨਾਂ ਵੱਲੋਂ ਬੰਦ ਕੀਤੀਆਂ ਜਾ ਰਹੀਆਂ ਨੇ। 에ਅਰ ਕੈਨੇਡਾ ਵੱਲੋਂ ਆਪਣੇ ਉਡਾਨਾਂ ਸੰਬੰਧੀ ਫੈਸਲਾ ਲਿਆ ਗਿਆ। 에ਅਰ ਕੈਨੇਡਾ ਵੱਲੋਂ ਉਡਾਨਾਂ ਵਿੱਚ ਕਟੌਤੀ ਕਰਨ ਬਾਰੇ ਐਲਾਨ ਕੀਤਾ ਗਿਆ ਹੈ। ਜੀ ਹਾਂ, ਇਸ ਬਾਰੇ 에ਅਰਲਾਈਨ ਵੱਲੋਂ ਖੁਦ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਜੁਲਾਈ ਅਤੇ ਅਗਸਤ ਵਿੱਚ 에ਅਰਲਾਈਨ ਵੱਲੋਂ ਉਡਾਨਾਂ ਘੱਟ ਕੀਤੀਆਂ ਜਾਣਗੀਆਂ। ਜਾਣਕਾਰੀ ਮੁਤਾਬਕ ਇਹਨਾਂ ਗਰਮੀਆਂ ਦੇ ਸੀਜ਼ਨ ਵਿੱਚ 에ਅਰ ਕੈਨੇਡਾ ਵੱਲੋਂ ਆਪਣੀਆਂ ਫਲਾਈਟਸ ਵਿੱਚ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ। ਜੁਲਾਈ ਅਤੇ ਅਗਸਤ ਮਹੀਨੇ ਦੌਰਾਨ 에ਅਰ ਕੈਨੇਡਾ ਆਪਣੀਆਂ ਕੁਝ ਫਲਾਈਟਸ ਨੂੰ ਘੱਟ ਕਰੇਗੀ। ਇਹਨਾਂ ਸਾਰੀਆਂ ਗੱਲਾਂ ਬਾਰੇ 에ਅਰਲਾਈਨ ਦੇ ਪ੍ਰੈਜ਼ੀਡੈਂਟ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਉਡਾਨਾਂ ਸੰਬੰਧੀ ਇਹ ਫੈਸਲਾ ਕਿਉਂ ਲਿਆ ਜਾ ਰਿਹਾ ਹੈ। ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਕੋਵਿਡ ਪੈਂਡੇਮਿਕ ਨੇ ਦੁਨੀਆ ਭਰ ਦੇ ਹਵਾਈ ਆਵਾਜਾਈ ਸਿਸਟਮ ਨੂੰ ਠੱਪ ਕਰ ਦਿੱਤਾ। ਹੁਣ 2 ਸਾਲ ਬਾਅਦ ਟਰੈਵਲ ਵਿੱਚ ਇੱਕ ਵਾਰ ਫਿਰ ਤੋਂ ਉਛਾਲ ਨਜ਼ਰ ਆ ਰਿਹਾ ਹੈ ਤੇ ਲੋਕਾਂ ਵਿੱਚ ਪਹਿਲਾਂ ਨਾਲੋਂ ਕਿਤੇ ਵੱਧ ਯਾਤਰਾ ਕਰਨ ਦਾ ਰੁਝਾਨ ਵੀ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਟਰੈਵਲ ਦੀ ਮੰਗ ਵਿੱਚ ਰਿਕਾਰਡ ਵਾਧਾ ਨਜ਼ਰ ਆ ਰਿਹਾ ਹੈ। ਪ੍ਰੈਜ਼ੀਡੈਂਟ ਨੇ ਕਿਹਾ ਕਿ ਇਸ ਰੁਝਾਨ ਕਰਕੇ ਦੁਨੀਆ ਭਰ ਵਿੱਚ ਕਈ 에ਅਰਪੋਰਟਸ ਤੇ ਕੜਮਾਸ ਪੈ ਗਿਆ ਹੈ, ਜਿਸ ਨਾਲ ਫਲਾਈਟਸ ਵਿੱਚ ਦੇਰੀ ਵੀ ਹੋ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਫੈਸਲੇ ਦਾ ਮਕਸਦ ਉਡਾਨਾਂ ਵਿੱਚ ਸਾਰਥਕ ਕਟੌਤੀ ਕਰਨਾ ਹੈ ਤਾਂ ਕਿ ਯਾਤਰੀਆਂ ਦੀ ਜੋ ਗਿਣਤੀ ਹੈ ਉਸ ਪੱਧਰ ਤੇ ਲਿਆਂਦੀ ਜਾ ਸਕੇ, ਜਿਸ ਨਾਲ 에ਅਰ ਸਿਸਟਮ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਤੋਂ ਇਲਾਵਾ 에ਅਰਲਾਈਨ ਦੇ ਸਪੋਕਸਪਰਸਨ ਵੱਲੋਂ ਵੀ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਫਲਾਈਟਸ ਵਿੱਚ ਕਟੌਤੀ ਕਰਨ ਤੋਂ ਪਹਿਲਾਂ 에ਅਰ ਕੈਨੇਡਾ ਦੀਆਂ ਹਰ ਰੋਜ਼ ਕਰੀਬ 1000 ਉਡਾਨਾਂ ਚੱਲ ਰਹੀਆਂ ਸਨ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਮੌਂਟਰੀਆਲ ਤੋਂ ਪੀਟਰਸਬਰਗ
ਬੈਲਟੀਮੋਰ ਤੋਂ ਕਿਲੋਨਾ ਤੇ ਟੋਰਾਂਟੋ ਤੋਂ ਮੈਕਮਰੇ ਦੇ 3 ਰੂਟ ਆਰਜ਼ੀ ਤੌਰ ਤੇ ਮੁਅੱਤਲ ਕੀਤੇ ਜਾ ਰਹੇ ਨੇ। ਉਹ ਕਹਿੰਦੇ ਨੇ ਕਿ ਕਟਾਈਆਂ ਗਈਆਂ ਜ਼ਿਆਦਾਤਰ ਫਲਾਈਟਸ ਮੌਂਟਰੀਅਲ ਅਤੇ ਟੋਰਾਂਟੋ ਤੋਂ ਨਹੀਂ ਸਨ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਜ਼ਿਆਦਾਤਰ ਕਟੌਤੀ ਵਾਰ-ਵਾਰ ਆਉਣ ਵਾਲੀਆਂ ਉਡਾਨਾਂ ਦੀ ਹੋ ਰਹੀ ਹੈ, ਜਿਸ ਵਿੱਚ ਸ਼ਾਮ ਦੀਆਂ ਜਾਂ ਫਿਰ ਦੇਰ ਰਾਤ ਵਾਲੀਆਂ ਉਡਾਨਾਂ ਸ਼ਾਮਿਲ ਕੀਤੀਆਂ ਗਈਆਂ ਹਨ। ਕੌਮਾਂਤਰੀ ਉਡਾਨਾਂ ਦੇ ਉੱਪਰ ਇਸ ਦਾ ਕੋਈ ਵੀ ਅਸਰ ਨਹੀਂ ਹੋਵੇਗਾ, ਪਰ ਕੁਝ ਫਲਾਈਟਸ ਦੇ ਸਮੇਂ ਵਿੱਚ ਬਦਲਾਅ ਹੋ ਸਕਦਾ ਹੈ। ਸਿਟੀਜ਼ਨਸ਼ਿਪ ਅਰਜ਼ੀਆਂ ਵਾਸਤੇ ਫੀਸ ਮੁਆਫ ਕਰਨ ਦੀ ਗੱਲ ਫੈਡਰਲ ਸਰਕਾਰ ਵੱਲੋਂ ਕੀਤੀ ਗਈ ਸੀ। ਚੋਣਾਂ ਦੌਰਾਨ ਵੀ ਇਸ ਗੱਲ ਨੂੰ ਲੈ ਕੇ ਜ਼ਿਕਰ ਹੋਇਆ, ਪਰ ਹੁਣ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਰਾਹਤ ਕਦੋਂ ਦਿੱਤੀ ਜਾਏਗੀ। ਇਮੀਗ੍ਰੇਸ਼ਨ ਮੰਤਰੀ ਇਸ ਬਾਰੇ ਬੋਲੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਵਾਸਤੇ ਅਜੇ ਫਿਲਹਾਲ ਕੋਈ ਵੀ ਤਾਰੀਖ ਨਿਰਧਾਰਿਤ ਨਹੀਂ ਕੀਤੀ ਗਈ। ਕੈਨੇਡੀਅਨ ਸਿਟੀਜ਼ਨਸ਼ਿਪ ਅਰਜ਼ੀਆਂ ਵਾਸਤੇ ਫੀਸ ਕਦੋਂ ਮੁਆਫ ਕੀਤੀ ਜਾਵੇਗੀ, ਲਗਾਤਾਰ ਇਸ ਨੂੰ ਲੈ ਕੇ ਸਵਾਲ ਪੁੱਛਿਆ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਕੈਨੇਡੀਅਨ ਸਿਟੀਜ਼ਨਸ਼ਿਪ ਐਪਲੀਕੈਂਟਸ ਵਾਸਤੇ ਫੀਸ ਮੁਆਫ ਕੀਤੀ ਜਾਵੇਗੀ। ਇਸ ਬਾਰੇ ਤਾਜ਼ਾ ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਇੰਟਰਵਿਊ ਵਿੱਚ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਪੈਂਡੈਮਿਕ ਤੋਂ ਪਹਿਲਾਂ ਕੈਨੇਡੀਅਨ ਸਿਟੀਜ਼ਨਸ਼ਿਪ ਐਪਲੀਕੈਂਟਸ ਵਾਸਤੇ ਫੀਸ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਪੈਂਡੈਮਿਕ ਕਾਰਨ ਇਹ ਫੈਸਲਾ ਅੱਗੇ ਵਧਾ ਗਿਆ। ਇਸ ਵਾਰ ਜਦੋਂ ਫੈਡਰਲ ਚੋਣਾਂ ਦੇ ਨਤੀਜੇ ਸਾਹਮਣੇ ਆਏ, ਲਿਬਰਲ ਪਾਰਟੀ ਦੀ ਜਿੱਤ ਹੋਈ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਵੇਂ ਇਮੀਗ੍ਰੇਸ਼ਨ ਮੰਤਰੀ ਨੂੰ ਇਸ ਵਾਅਦੇ ਨੂੰ ਪੂਰਾ ਕਰਨ ਸੰਬੰਧੀ ਕਿਹਾ ਗਿਆ। ਫੀਸ ਮੁਆਫ ਕਰਨ ਦਾ ਜ਼ਿਕਰ ਇਮੀਗ੍ਰੇਸ਼ਨ ਮੰਤਰੀ ਦੇ ਮੈਂਡੇਟ ਲੈਟਰ ਵਿੱਚ ਵੀ ਕੀਤਾ ਗਿਆ ਤੇ ਇਸ ਨੂੰ ਪ੍ਰਾਇਓਰਿਟੀ ਦੇ ਆਧਾਰ ਤੇ ਰੱਖਿਆ ਗਿਆ ਹੈ। ਜਦੋਂ ਇਮੀਗ੍ਰੇਸ਼ਨ ਮੰਤਰੀ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਬਾਰੇ ਕੋਈ ਵੀ ਤਾਰੀਖ ਨਿਰਧਾਰਿਤ ਨਹੀਂ ਕੀਤੀ ਗਈ। ਜਿਸ ਵੇਲੇ ਉਨ੍ਹਾਂ ਨੂੰ ਠੀਕ ਲੱਗੇਗਾ ਤੇ ਉਹ ਆਪਣਾ ਇਹ ਵਾਲਾ ਵਾਅਦਾ ਪੂਰਾ ਕਰ ਦੇਣਗੇ, ਜਿਸ ਵਿੱਚ ਐਪਲੀਕੈਂਟਸ ਦੀ ਫੀਸ ਮੁਆਫ ਕਰਨਾ ਸ਼ਾਮਿਲ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਬੈਕਲੌਗ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਹੋਇਆ ਹੈ, ਜਿਸ ਬਾਰੇ IRCC ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ। ਅਪ੍ਰੈਲ 2020 ਦੌਰਾਨ ਸਿਟੀਜ਼ਨਸ਼ਿਪ ਇਨਵੈਂਟਰੀ ਵਿੱਚ 2,40,000 ਲੋਕ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਸਨ। ਅਕਤੂਬਰ 2021 ਦੌਰਾਨ ਇਹ ਅੰਕੜਾ ਵੱਧ ਕੇ 4,68,000 ਦੇ ਉੱਪਰ ਪਹੁੰਚ ਗਿਆ ਤੇ ਜਿਹੜਾ IRCC ਵੱਲੋਂ ਹੁਣ ਹਾਲ ਹੀ ਵਿੱਚ ਅੰਕੜਾ ਸਾਂਝਾ ਕੀਤਾ ਗਿਆ, ਉਸ ਵਿੱਚ ਪਤਾ ਚੱਲਿਆ ਕਿ ਇਸ ਸਮੇਂ 3,95,000 ਲੋਕ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। ਇਮੀਗ੍ਰੇਸ਼ਨ ਮੰਤਰੀ ਵੱਲੋਂ ਤਾਜ਼ਾ ਇੰਟਰਵਿਊ ਵਿੱਚ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ 6 ਜੁਲਾਈ ਤੋਂ ਐਕਸਪ੍ਰੈਸ ਐਂਟਰੀ ਦੇ ਸਾਰੇ ਪ੍ਰੋਗਰਾਮ ਮੁੜ ਤੋਂ ਸ਼ੁਰੂ ਕੀਤੇ ਜਾਣਗੇ, ਭਾਵ ਕਿ ਜਿਹੜੇ ਡਰਾਅ ਦੇ ਉੱਪਰ ਰੋਕ ਲਗਾਈ ਗਈ ਸੀ ਉਹ ਹੁਣ ਦੁਬਾਰਾ ਕੱਢੇ ਜਾਣਗੇ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਵਿੱਚ ਸੁਧਾਰ ਲਿਆਉਣ ਦੀ ਗੱਲ ਵੀ ਉਹਨਾਂ ਵੱਲੋਂ ਕਹੀ ਗਈ। ਪਿਛਲੇ ਦਿਨੀ ਓਪਨ ਵਰਕ ਪਰਮਿਟ ਵਾਸਤੇ ਵੀ ਐਲਾਨ ਕੀਤਾ ਗਿਆ, ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਇਮੀਗ੍ਰੇਸ਼ਨ ਵਿੱਚ ਜੋ ਦੇਰੀ ਹੋ ਰਹੀ ਹੈ, ਇਸ ਸੰਬੰਧੀ ਪ੍ਰਧਾਨ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਵੱਲੋਂ ਕਿਹਾ ਕਿ ਜਲਦ ਇਸ ਪਰੇਸ਼ਾਨੀ ਦਾ ਹੱਲ ਕੱਢ ਲਿਆ ਜਾਵੇਗਾ। ਇੱਕ ਟਾਸਕ ਫੋਰਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨਜ਼ਰ ਆਏ, ਜਿਸ ਦੀ ਮਦਦ ਨਾਲ ਫਾਈਲਾਂ ਦਾ ਬੈਕਲੌਗ ਕਲੀਅਰ ਕੀਤਾ ਜਾਵੇਗਾ। 2 ਮਿਲੀਅਨ ਤੋਂ ਵੱਧ ਲੋਕ ਇਸ ਸਮੇਂ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਵੀ ਸ਼ਾਮਿਲ ਨੇ, ਜਿਨ੍ਹਾਂ ਦਾ ਅਜੇ ਤੱਕ ਕੈਨੇਡਾ ਦਾ ਵੀਜ਼ਾ ਨਹੀਂ ਲੱਗ ਪਾ ਰਿਹਾ। ਅਜਿਹੇ ਭਾਰਤੀਆਂ ਦੀ ਗਿਣਤੀ 7 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਆਪਣੀਆਂ ਫਾਈਲਾਂ ਤੇ ਪ੍ਰੋਸੈਸਿੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਪਿਛਲੇ ਦਿਨੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਸੀ ਕਿ ਉਨ੍ਹਾਂ ਕੋਲ ਫਾਈਲਾਂ ਦਾ ਵੱਡਾ ਬੈਕਲੌਗ ਇਕੱਠਾ ਹੋ ਗਿਆ ਤੇ ਹੁਣ ਇਮੀਗ੍ਰੇਸ਼ਨ ਦੇ ਇਸ ਮਸਲੇ ਦਾ ਹੱਲ ਕੱਢਣ ਵਾਸਤੇ ਕੈਨੇਡਾ ਕੋਲ ਨਵੀਂ ਯੋਜਨਾ ਹੈ। ਇੱਕ ਪਾਸੇ ਤਾਂ ਇਮੀਗ੍ਰੇਸ਼ਨ ਵਿਭਾਗ ਨੂੰ ਵੱਡੇ ਬੈਕਲੌਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਦੂਜੇ ਪਾਸੇ ਪਤਾ ਚੱਲਿਆ ਹੈ ਕਿ ਸਾਲ ਦੇ ਪਹਿਲੇ 5 ਮਹੀਨਿਆਂ ਦੌਰਾਨ ਰਿਕਾਰਡ ਤੋੜ ਇਮੀਗ੍ਰੈਂਟਸ ਦਾ ਸਵਾਗਤ ਕੈਨੇਡਾ ਵੱਲੋਂ ਕੀਤਾ ਗਿਆ। ਇਮੀਗ੍ਰੇਸ਼ਨ ਵਿਭਾਗ ਕੋਲ ਇਸ ਸਮੇਂ 2.4 ਮਿਲੀਅਨ ਲੋਕਾਂ ਦੀ ਫਾਈਲਾਂ ਦਾ ਬੈਕਲੌਗ ਹੈ, ਜਿਸ ਬਾਰੇ 6 ਜੂਨ 2022 ਤੱਕ ਅੰਕੜਾ ਸਾਂਝਾ ਕੀਤਾ ਗਿਆ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਵੱਲੋਂ ਇੱਕ ਨਵੀਂ ਟਾਸਕ ਫੋਰਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜੋ ਕਿ ਇਮੀਗ੍ਰੇਸ਼ਨ ਦੇ ਬੈਕਲੌਗ ਦਾ ਹੱਲ ਕੱਢੇਗੀ। ਇਸ ਬਾਰੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜੋ ਹੁਣ ਪ੍ਰੋਸੈਸਿੰਗ ਦੇ ਵਿੱਚ ਦੇਰੀ ਲੱਗ ਰਹੀ ਹੈ ਤੇ ਲੋਕਾਂ ਨੂੰ ਜੋ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਨਾਮਨਜ਼ੂਰ ਹੈ ਤੇ ਸਾਡੇ ਵੱਲੋਂ ਇਸ ਦਾ ਨਿਪਟਾਰਾ ਕਰਨ ਸੰਬੰਧੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ। ਇੱਕ ਨਵੀਂ ਟਾਸਕ ਫੋਰਸ ਵੱਲੋਂ ਇਸ ਸੰਬੰਧ ਵਿੱਚ ਸਰਕਾਰ ਦੀ ਮਦਦ ਕੀਤੀ ਜਾਵੇਗੀ ਤਾਂ ਕਿ ਜਲਦ ਇਸ ਬੈਕਲੌਗ ਦੇ ਮਸਲੇ ਦਾ ਹੱਲ ਕੱਢ ਲਿਆ ਜਾਵੇ।
ਜਾਣਕਾਰੀ ਲਈ ਦੱਸ ਦਈਏ ਕਿ ਪੀਆਰ ਅਰਜ਼ੀਆਂ ਵਿੱਚ 5,22,000 ਤੋਂ ਵੱਧ ਦਾ ਬੈਕਲੌਗ, ਟੀਆਰ ਅਰਜ਼ੀਆਂ ਵਿੱਚ 14,71,000 ਤੋਂ ਵੱਧ ਦਾ ਬੈਕਲੌਗ, ਸਿਟੀਜ਼ਨਸ਼ਿਪ ਅਰਜ਼ੀਆਂ ਵਿੱਚ 39,04,000 ਤੋਂ ਵੱਧ ਦਾ ਬੈਕਲੌਗ ਇਸ ਸਮੇਂ ਜਮ੍ਹਾਂ ਪਿਆ ਹੈ। ਫੈਡਰਲ ਸਰਕਾਰ ਵੱਲੋਂ ਬਜਟ ਵਿੱਚ ਵੀ ਇਸ ਮਸਲੇ ਦਾ ਹੱਲ ਕੱਢਣ ਸੰਬੰਧੀ ਫੰਡਸ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਉਹਨਾਂ ਵੱਲੋਂ ਅਗਲੇ 5 ਸਾਲਾਂ ਵਾਸਤੇ ਰੱਖੇ ਗਏ। SYL ਗਾਣਾ YouTube ਤੋਂ ਬੈਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕੈਨੇਡਾ ਦੇ ਸਿਆਸਤਦਾਨ ਦਾ ਵੀ ਇਸ ਨੂੰ ਲੈ ਕੇ ਬਿਆਨ ਸਾਹਮਣੇ ਆਇਆ। ਸਾਬਕਾ MPP ਅਤੇ NDP ਲੀਡਰ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਵੱਲੋਂ ਇਸ ਗਾਣੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ SYL ਦਾ ਮੁੱਦਾ ਵੀ ਸਮਝਾਇਆ ਹੈ। ਸਿੱਧੂ ਮੂਸੇਵਾਲਾ ਦਾ ਗੀਤ SYL YouTube ਤੋਂ ਹਟਾਏ ਜਾਣ ਤੋਂ ਬਾਅਦ ਕੈਨੇਡਾ ਦੇ ਲੀਡਰ ਵੀ ਇਸ ਬਾਰੇ ਬੋਲ ਰਹੇ ਹਨ। ਸਾਬਕਾ MPP ਅਤੇ NDP ਲੀਡਰ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਵੱਲੋਂ ਵੀ ਇਹ ਮੁੱਦਾ ਚੁੱਕਿਆ ਗਿਆ। ਸਿੱਧੂ ਮੂਸੇਵਾਲਾ ਦੇ ਗੀਤ ਤੇ ਜਿਹੜੀ ਪਾਬੰਦੀ ਲੱਗੀ ਹੈ, ਉਸ ਬਾਰੇ ਗੁਰਰਤਨ ਸਿੰਘ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਗਈ ਹੈ। ਉਨ੍ਹਾਂ ਵੱਲੋਂ ਜਿਹੜੀ ਵੀਡੀਓ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਗਈ, ਇਸ ਵਿੱਚ SYL ਮੁੱਦੇ ਦਾ ਜ਼ਿਕਰ ਕੀਤਾ ਹੈ ਤੇ ਆਮ ਲੋਕਾਂ ਨੂੰ ਸਾਫ਼ ਸ਼ਬਦਾਂ ਵਿੱਚ ਇਸ ਮੁੱਦੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ YouTube ਉੱਪਰ ਜੋ ਉਹਨਾਂ ਦਾ ਆਖਰੀ ਗੀਤ SYL ਰਿਲੀਜ਼ ਕੀਤਾ ਗਿਆ ਸੀ, ਉਸ ਉੱਪਰ ਹੁਣ ਰੋਕ ਲਗਾ ਦਿੱਤੀ ਗਈ ਹੈ। YouTube ਨੇ ਇਸ ਗੀਤ ਨੂੰ ਚੈਨਲ ਤੋਂ ਹਟਾ ਦਿੱਤਾ ਹੈ। ਇਹ ਗੀਤ ਜਿਸ ਵੇਲੇ ਜਾਰੀ ਹੋਇਆ, ਉਸ ਦੇ ਮਿੰਟਾਂ ਸਕਿੰਟਾਂ ਵਿੱਚ ਹੀ ਇਹ ਗੀਤ ਟ੍ਰੈਂਡਿੰਗ ਤੇ ਪਹੁੰਚ ਗਿਆ ਤੇ ਇਸ ਨੂੰ ਲੈ ਕੇ ਵੱਡੇ ਪੱਧਰ ਤੇ ਰਾਜਨੀਤਿਕ ਚਰਚਾ ਵੀ ਛਿੜ ਗਈ, ਜਿਸ ਤੋਂ ਬਾਅਦ ਐਤਵਾਰ ਵਾਲੇ ਦਿਨ ਇਸ ਨੂੰ YouTube ਤੋਂ ਹਟਾ ਦਿੱਤਾ ਗਿਆ। ਹੁਣ ਇਹ ਗੀਤ YouTube ਤੋਂ ਹਟਾਏ ਜਾਣ ਤੋਂ ਬਾਅਦ ਜਿਹੜੇ ਮੂਸੇਵਾਲਾ ਦੇ ਚਾਹਣ ਵਾਲੇ ਨੇ, ਉਹਨਾਂ ਵਿੱਚ ਭਾਰੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਗੁਰਰਤਨ ਸਿੰਘ ਵੱਲੋਂ ਇਸ ਮੁੱਦੇ ਦੇ ਉੱਪਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। The family of Sidhu Moosewala just released a song about the SYL Canal, and this is why it's important. For decades, Punjabis have been fighting the SYL Canal, a project that would divert water out of Punjab. Punjab is one of the only states in India that doesn't have control over its own water, and the environmental impact of this project would be devastating for Punjab's water levels that are already critically at risk. Punjab is at risk, from the climate crisis to farmer debt and suicide to rampant drug use, cancer rates, and more. It's time that we all stand up for Punjab. ਇਸ ਹਫ਼ਤੇ ਘਰਾਂ ਦੇ ਕਿਰਾਏ ਵਿੱਚ ਵਾਧੇ ਦੀ ਜਾਣਕਾਰੀ ਸਾਹਮਣੇ ਆਈ। ਲਗਾਤਾਰ ਘਰਾਂ ਦੇ ਕਿਰਾਏ ਵਿੱਚ ਜਿਹੜਾ ਵਾਧਾ ਹੋ ਰਿਹਾ, ਇਸ ਤੋਂ ਬਾਅਦ ਆਮ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਇਸ ਬਾਰੇ ਇੱਕ ਰਿਪੋਰਟ ਵੀ ਸਾਂਝੀ ਕੀਤੀ ਗਈ। ਪਹਿਲਾਂ ਦੇ ਮੁਕਾਬਲੇ ਘਰਾਂ ਦੇ ਕਿਰਾਏ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ। ਇਸ ਬਾਰੇ ਇੱਕ ਰਿਪੋਰਟ ਵਿੱਚ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ ਪਤਾ ਚੱਲਿਆ ਕਿ 2019 ਤੋਂ ਬਾਅਦ ਮਈ ਮਹੀਨੇ ਦੌਰਾਨ GTA ਅੰਦਰ ਘਰਾਂ ਦੇ ਮਹੀਨਾਵਾਰ ਔਸਤ ਕਿਰਾਏ ਵਿੱਚ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇਸ ਰਿਪੋਰਟ ਮੁਤਾਬਕ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਮਈ ਮਹੀਨੇ ਦੌਰਾਨ ਮਹੀਨਾਵਾਰ ਕਿਰਾਏ ਵਿੱਚ 2019 ਤੋਂ ਬਾਅਦ ਹੁਣ ਤੱਕ ਦਾ ਵੱਡਾ ਉਛਾਲ ਹੋਇਆ। ਮਈ ਮਹੀਨੇ ਦੌਰਾਨ GTA ਵਿੱਚ ਇਹ ਕਿਰਾਇਆ $2,327 ਦਰਜ ਕੀਤਾ ਗਿਆ, ਜੋ ਕਿ ਅਪ੍ਰੈਲ ਦੇ ਮੁਕਾਬਲੇ 5.7% ਵੱਧ ਹੈ। ਸਾਲ 2021 ਦੇ ਮਈ ਦੇ ਮੁਕਾਬਲੇ ਇਸ ਵਿੱਚ 16.5% ਦਾ ਵਾਧਾ ਦੱਸਿਆ ਗਿਆ ਹੈ। ਇਸ ਰਿਪੋਰਟ ਵਿੱਚ ਉਹਨਾਂ ਘਰਾਂ ਦੇ ਕਿਰਾਏ ਸ਼ਾਮਿਲ ਕੀਤੇ ਗਏ ਨੇ ਜਿਸ ਵਿੱਚ ਇਕੱਲਾ ਪਰਿਵਾਰ ਰਹਿ ਰਿਹਾ ਹੈ ਅਤੇ ਅਪਾਰਟਮੈਂਟ ਦੇ ਬਾਰੇ ਵੀ ਇਸ ਵਿੱਚ ਜ਼ਿਕਰ ਕੀਤਾ ਗਿਆ। ਰਿਪੋਰਟ ਮੁਤਾਬਕ ਪੈਂਡੈਮਿਕ ਦੌਰਾਨ 2020 ਅਤੇ 2021 ਵਿੱਚ ਪ੍ਰਭਾਵਿਤ ਹੋਣ ਤੋਂ ਬਾਅਦ ਜਿਵੇਂ-ਜਿਵੇਂ ਹੁਣ ਮਾਰਕੀਟ ਰਿਕਵਰੀ ਵੱਲ ਵਧ ਰਹੀ ਹੈ, ਉਸੇ ਤਰ੍ਹਾਂ ਹੀ ਔਸਤ ਪ੍ਰਤੀ ਮਹੀਨੇ ਕਿਰਾਏ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹਾਲਾਂਕਿ ਮਈ 2022 ਵਿੱਚ ਕਿਰਾਇਆ ਪੈਂਡੈਮਿਕ ਤੋਂ ਪਹਿਲਾਂ ਦੇ ਮਈ ਦੇ ਪੱਧਰ ਤੇ ਨਹੀਂ ਪਹੁੰਚਿਆ। ਮਈ 2019 ਵਿੱਚ GTA ਅੰਦਰ ਇੱਕ ਕਿਰਾਇਆ $2,365 ਦਰਜ ਕੀਤਾ ਗਿਆ ਸੀ। ਇਸ ਰਿਪੋਰਟ ਦੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਆਈ ਗਿਰਾਵਟ ਹੁਣ ਪਾਸਟ ਦੀ ਗੱਲ ਬਣ ਜਾਵੇਗੀ। ਇਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਘਰਾਂ ਦੇ ਕਿਰਾਏ ਪਹਿਲਾਂ ਦੇ ਮੁਕਾਬਲੇ ਕਿਉਂ ਵਧ ਰਹੇ ਹਨ। ਦੱਸਿਆ ਜਾ ਰਿਹਾ ਕਿ ਘਰਾਂ ਦੀ ਸਪਲਾਈ ਦੀ ਘਾਟ ਅਤੇ ਨਾਲ ਹੀ ਇਮੀਗ੍ਰੇਸ਼ਨ ਵੱਧ ਸਟੂਡੈਂਟਸ ਪੜ੍ਹਾਈ ਪੂਰੀ ਕਰਕੇ ਆਪਣੇ ਮਾਂ-ਬਾਪ ਦੇ ਘਰਾਂ ਤੋਂ ਵੱਖ ਰਹਿਣਾ ਚਾਹੁੰਦੇ ਹਨ ਤੇ ਗ੍ਰੈਜੂਏਟਸ ਵੱਲੋਂ ਜੋ ਘਰਾਂ ਦੀ ਇਸ ਸਮੇਂ ਮੰਗ ਕੀਤੀ ਜਾ ਰਹੀ ਹੈ, ਉਸ ਕਾਰਨ ਕਿਰਾਏ ਵਿੱਚ ਵਾਧਾ ਹੋ ਰਿਹਾ ਹੈ। ਪਿਛਲੇ ਸਾਲ ਦੀ ਮੁਕਾਬਲਾ ਵਿੱਚ ਮਈ ਮਹੀਨੇ ਦੌਰਾਨ ਟੋਰਾਂਟੋ ਦੇ ਕੌਂਡੋ ਅਤੇ ਅਪਾਰਟਮੈਂਟ ਦੇ ਕਿਰਾਏ ਵਿੱਚ ਸਭ ਤੋਂ ਵੱਡਾ ਵਾਧਾ ਜਾਣੀ ਕਿ 19.8% ਦਾ ਵਾਧਾ ਦਰਜ ਕੀਤਾ ਗਿਆ। ਟੋਰਾਂਟੋ ਤੋਂ ਬਾਅਦ ਬਰਲਿੰਗਟਨ ਦਾ ਨੰਬਰ ਹੈ ਜਿੱਥੇ 18.3% ਵਾਧਾ ਹੋਇਆ। 17% ਕਿਰਾਏ ਦੇ ਵਾਧੇ ਨਾਲ ਇਟੋਬੀਕੋ ਤੀਸਰੇ ਸਥਾਨ ਤੇ ਹੈ। ਮਿਸੀਸਾਗਾ ਵਿੱਚ ਕਿਰਾਏ ਅੰਦਰ 12.9% ਦਾ ਵਾਧਾ, ਔਸ਼ਵਾ ਵਿੱਚ 12.4%, ਯਾਰਕ ਵਿੱਚ 12.2%, ਔਕਵਿਲ ਵਿੱਚ 11.2%, ਨਾਰਥ ਯਾਰਕ ਵਿੱਚ 10.2%, ਈਸਟ ਯਾਰਕ ਵਿੱਚ 8%,
ਬਰੈਂਪਟਨ ਵਿੱਚ 4.4% ਸਕਾਰਬਰੋ ਵਿੱਚ 2.5% ਦਾ ਵਾਧਾ ਦੱਸਿਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਹਫ਼ਤੇ ਯੂਕਰੇਨ ਵਾਸਤੇ ਵੱਡਾ ਐਲਾਨ ਕੀਤਾ ਗਿਆ। ਉਹਨਾਂ ਵੱਲੋਂ $350 ਮਿਲੀਅਨ ਦੀ ਮਦਦ ਬਾਰੇ ਜਾਣਕਾਰੀ ਦਿੱਤੀ, ਜਿਸ ਨਾਲ ਯੂਕਰੇਨ ਦੀ ਮਦਦ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਖੁਦ ਇਸ ਬਾਰੇ ਗੱਲ ਕਰਦੇ ਹੋਏ ਦਿਖਾਈ ਦਿੱਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਵਾਸਤੇ ਇੱਕ ਵਾਰ ਫਿਰ ਤੋਂ ਵੱਡੀ ਮਦਦ ਦਾ ਐਲਾਨ ਕੀਤਾ ਗਿਆ। ਇਹ ਐਲਾਨ ਉਹਨਾਂ ਵੱਲੋਂ G7 ਸਮਿਟ ਦੌਰਾਨ ਕੀਤਾ ਗਿਆ, ਜਿੱਥੇ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਹੈ ਕਿ ਯੂਕਰੇਨ ਦੀ $350 ਮਿਲੀਅਨ ਦੀ ਹੋਰ ਮਦਦ ਕੀਤੀ ਜਾਵੇਗੀ। ਇਸ ਵਿੱਚ ਇੰਟਰਨੈਸ਼ਨਲ ਮੋਨਿਟਰੀ ਫੰਡਸ ਦੇ ਰਾਹੀਂ $200 ਮਿਲੀਅਨ ਦਿੱਤੇ ਜਾਣਗੇ, ਜਿਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ G7 ਲੀਡਰਸ ਵੱਲੋਂ ਇਹ ਪੱਕਾ ਫੈਸਲਾ ਲਿਆ ਗਿਆ ਹੈ ਕਿ ਉਹਨਾਂ ਵੱਲੋਂ ਰਸ਼ੀਅਨ ਆਇਲ ਇੰਪੋਰਟ ਉੱਪਰ ਹੁਣ ਰੋਕ ਲਗਾਈ ਜਾਵੇਗੀ। ਦੱਸ ਦਈਏ ਕਿ ਪਿਛਲੇ ਦਿਨੀ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ 70 ਤੋਂ ਵੱਧ ਵਿਅਕਤੀਆਂ ਉੱਪਰ ਪਾਬੰਦੀਆਂ ਲਗਾਈਆਂ। ਹੁਣ ਜੋ ਤਾਜ਼ਾ ਮਦਦ ਦੇ ਬਾਰੇ ਪ੍ਰਧਾਨ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਉਸ ਵਿੱਚ ਇਹ ਦੱਸਿਆ ਗਿਆ ਹੈ ਕਿ ਹਿਊਮੈਨਿਟੇਰੀਅਨ ਅਸਿਸਟੈਂਸ ਵਾਸਤੇ $75 ਮਿਲੀਅਨ ਦਿੱਤੇ ਜਾਣਗੇ। ਇਸ ਦੇ ਨਾਲ ਹੀ ਐਗਰੀਕਲਚਰਲ ਏਡ ਵਾਸਤੇ $52 ਮਿਲੀਅਨ ਦੀ ਵੀ ਗੱਲ ਕਹੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਬਾਰੇ ਹੋਰ ਕੀ ਬੋਲੇ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। Been working closely with NATO partners, with the Secretary General of NATO, and especially with the Latvians, where Canada leads the enhanced forward presence and is committed to making sure we continue to stand up against Russian threats and Russian posturing, and quite frankly, Russian actions in Eastern Europe. We, like others, are developing plans to be able to scale up rapidly. And those are conversations that I very much look forward to having over the next couple of days in NATO. The response that we are taking to Russia's illegal actions is measured and proportional, and we are not looking at being provocative. We are looking at ensuring that Russia knows we will be there to defend democracies and the values that underpin them as necessary. President Zelensky and the Ukrainians decide it's time to negotiate or move forward to resolving, to ensure that Russia faces defeat in Ukraine. They need to be able to negotiate from a position of force, and that's why a position of strength, and that's why we are continuing to be there with humanitarian assistance, with significant financial assistance, including what we announced today, so that the government can continue to function. ਗੈਸ ਦੀਆਂ ਵੱਧ ਰਹੀਆਂ ਕੀਮਤਾਂ ਦਰਮਿਆਨ ਓਨਟਾਰੀਓ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਗੈਸ ਟੈਕਸ ਵਿੱਚ ਕਟੌਤੀ ਕਰਨ ਬਾਰੇ ਓਨਟਾਰੀਓ ਦੇ ਪ੍ਰੀਮੀਅਰ ਵੱਲੋਂ ਐਲਾਨ ਕਰ ਦਿੱਤਾ ਗਿਆ। ਇਹ ਜੋ ਨਿਯਮ ਹੈ ਇਹ 6 ਮਹੀਨੇ ਤੱਕ ਲਾਗੂ ਰਹਿਣ ਵਾਲਾ ਹੈ। ਪ੍ਰੀਮੀਅਰ ਕਹਿੰਦੇ ਨੇ ਕਿ ਜੇਕਰ ਫਿਰ ਵੀ ਮਹਿੰਗਾਈ ਕਾਬੂ ਵਿੱਚ ਨਹੀਂ ਹੋਈ ਤਾਂ ਫਿਰ ਉਹਨਾਂ ਵੱਲੋਂ ਇਸ ਸੰਬੰਧੀ ਅੱਗੇ ਜਿਹੜਾ ਇਹ ਫੈਸਲਾ ਹੈ ਉਸ ਨੂੰ ਵਧਾਉਣ ਲਈ ਵਿਚਾਰ ਕੀਤੀ ਜਾ ਸਕਦੀ ਹੈ। ਗੈਸ ਦੀਆਂ ਵੱਧ ਰਹੀਆਂ ਕੀਮਤਾਂ ਦੌਰਾਨ ਓਨਟਾਰੀਓ ਤੋਂ ਇੱਕ ਚੰਗੀ ਖਬਰ ਸਾਹਮਣੇ ਆਈ, ਜਿੱਥੇ 6 ਮਹੀਨਿਆਂ ਵਾਸਤੇ ਗੈਸ ਅਤੇ ਫਿਊਲ ਟੈਕਸ ਵਿੱਚ ਕਟੌਤੀ ਕਰ ਦਿੱਤੀ ਗਈ ਹੈ। ਇਸ ਬਾਰੇ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਖੁਦ ਐਲਾਨ ਕੀਤਾ ਗਿਆ। 1 ਜੁਲਾਈ ਤੋਂ ਹੀ ਗੈਸ ਟੈਕਸ ਵਿੱਚ 5.7 ਸੈਂਟਸ ਪ੍ਰਤੀ ਲੀਟਰ ਦੀ ਕਟੌਤੀ ਲਾਗੂ ਹੋ ਗਈ ਹੈ। ਇਸ ਸਪ੍ਰਿੰਗ ਸੀਜ਼ਨ ਵਿੱਚ ਜਿਹੜਾ ਕਾਨੂੰਨ ਪਾਸ ਹੋਇਆ ਉਸ ਮੁਤਾਬਕ ਫਿਊਲ ਟੈਕਸ ਜੋ ਕਿ ਡੀਜ਼ਲ ਤੇ ਲਾਗੂ ਹੁੰਦਾ ਹੈ ਉਸ ਵਿੱਚ 5.3 ਸੈਂਟਸ ਪ੍ਰਤੀ ਲੀਟਰ ਦੀ ਕਟੌਤੀ ਹੋਵੇਗੀ। ਇਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਤੋਂ ਬਾਅਦ $645 ਮਿਲੀਅਨ ਦਾ ਖਰਚ ਆਵੇਗਾ। ਪ੍ਰੀਮੀਅਰ ਡਗਫੋਰਡ ਨੇ ਕਿਹਾ ਕਿ 31 ਦਸੰਬਰ ਤੋਂ ਬਾਅਦ ਵੀ ਜੇ ਵੱਧ ਮਹਿੰਗਾਈ ਬਰਕਰਾਰ ਰਹਿੰਦੀ ਹੈ ਤਾਂ 6 ਮਹੀਨਿਆਂ ਦੀ ਇਸ ਟੈਕਸ ਕਟੌਤੀ ਦੀ ਮਿਆਦ ਨੂੰ ਅੱਗੇ ਵਧਾਉਣ ਵਾਸਤੇ ਵਿਚਾਰ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਸਮੇਂ ਵੱਖ-ਵੱਖ ਦੇਸ਼ਾਂ ਵਿੱਚ ਗੈਸ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ। ਓਨਟਾਰੀਓ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ। ਇੱਥੇ ਗੈਸ ਦੀਆਂ ਕੀਮਤਾਂ ਇਸ ਸਮੇਂ $2 ਪ੍ਰਤੀ ਲੀਟਰ ਦੇ ਆਸ-ਪਾਸ ਹਨ। Life is becoming more expensive. Inflation is having an impact across the board. Affordability is the number one concern right now, right across the province. And the biggest part of that, where folks are feeling the most pain, is the skyrocketing cost of gas. You see it on every street corner as gas prices rise to levels we have never seen before. It doesn't matter if your vehicle gets you to your place of work or if your vehicle is your place of work. The reality is that people simply can't afford the price of gas right now. It's a real problem, and our government is doing something about it. And so, as promised,
we're cutting the provincial gas tax. Effective July the 1st, for the rest of the year, Ontario's gas tax will be cut by nearly 40%. I'll repeat that, 40%, saving customers 5.7 cents per litre. The fuel tax rate, which applies to diesel, will be reduced from 14.3 cents per litre down to 9 cents per litre, representing a savings of 5.3 cents per litre. This is in addition to the 4.3 cents per litre we removed when the cap and trade system was eliminated. ਇਸ ਹਫਤੇ ਜੀਡੀਪੀ ਬਾਰੇ ਜਿਹੜੀ ਖਬਰ ਸਾਹਮਣੇ ਆਈ ਉਹ ਚੰਗੀ ਸੀ। ਜੀਡੀਪੀ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ। ਇਸ ਵਿੱਚ 0.3% ਦਾ ਵਾਧਾ ਹੋਇਆ। ਅਪ੍ਰੈਲ ਮਹੀਨੇ ਬਾਰੇ ਸਟੈਟਿਸਟਿਕਸ ਕੈਨੇਡਾ ਨੇ ਜਾਣਕਾਰੀ ਦਿੱਤੀ, ਪਰ ਮਈ ਮਹੀਨੇ ਬਾਰੇ ਜੋ ਜਾਣਕਾਰੀ ਆਵੇਗੀ ਉਸ ਤੋਂ ਪਹਿਲਾਂ ਅੰਦਾਜ਼ਾ ਲਗਾਇਆ ਗਿਆ ਕਿ ਇਸ ਮਹੀਨੇ ਜੀਡੀਪੀ ਹੇਠਾਂ ਆ ਸਕਦੀ ਹੈ। ਜੀਡੀਪੀ ਬਾਰੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਅਪ੍ਰੈਲ ਮਹੀਨੇ ਦੌਰਾਨ ਕੈਨੇਡਾ ਦੀ ਜੀਡੀਪੀ 0.3% ਵੱਧ ਦਰਜ ਕੀਤੀ ਗਈ ਹੈ। ਹੁਣ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਈ ਮਹੀਨੇ ਦੌਰਾਨ ਜੀਡੀਪੀ ਹੇਠਾਂ ਵੀ ਆ ਸਕਦੀ ਹੈ। ਦਰਅਸਲ ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਬਾਰੇ ਨਵੇਂ ਅੰਕੜੇ ਪੇਸ਼ ਕੀਤੇ ਗਏ, ਜਿਸ ਵਿੱਚ ਦੱਸਿਆ ਗਿਆ ਕਿ ਅਪ੍ਰੈਲ ਮਹੀਨੇ ਦੌਰਾਨ ਜੀਡੀਪੀ ਕਿੰਨੀ ਦਰਜ ਕੀਤੀ ਗਈ। ਇਸ ਮਹੀਨੇ ਜੀਡੀਪੀ ਵਿੱਚ 0.3% ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮਈ ਮਹੀਨੇ ਬਾਰੇ ਜੋ ਸ਼ੁਰੂਆਤੀ ਅੰਦਾਜ਼ਾ ਲਗਾਇਆ ਗਿਆ ਉਸ ਮੁਤਾਬਕ ਜੀਡੀਪੀ ਵਿੱਚ 0.2% ਦੀ ਗਿਰਾਵਟ ਦਰਜ ਹੋ ਰਹੀ ਹੈ। ਏਜੰਸੀ ਵੱਲੋਂ ਮਈ ਮਹੀਨੇ ਬਾਰੇ ਜੁਲਾਈ ਨੂੰ ਅੰਕੜੇ ਜਾਰੀ ਕੀਤੇ ਜਾਣਗੇ, ਜਿਸ ਵਿੱਚ ਪਤਾ ਚੱਲੇਗਾ ਕਿ ਇਸ ਮਹੀਨੇ ਦੌਰਾਨ ਜੀਡੀਪੀ ਕਿੰਨੀ ਦਰਜ ਕੀਤੀ ਗਈ ਹੈ। ਲਗਾਤਾਰ ਐਕਸਪਰਟਸ ਵੱਲੋਂ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਸਟੈਟਿਸਟਿਕਸ ਕੈਨੇਡਾ ਵੱਲੋਂ ਜਿਹੜੇ ਅੰਕੜੇ ਪੇਸ਼ ਕੀਤੇ ਗਏ ਉਹਨਾਂ ਵਿੱਚ ਦੱਸਿਆ ਗਿਆ ਕਿ ਤੇਲ ਤੇ ਗੈਸ ਦੀ ਜਿਹੜੀ ਖੁਦਾਈ ਹੈ ਉਸ ਦੇ ਸੈਕਟਰ ਵਿੱਚ 3.3% ਦਾ ਵਾਧਾ ਹੋਇਆ। ਫੂਡ ਸਰਵਿਸਿਜ਼ ਸੈਕਟਰ ਵਿੱਚ 4.6%, ਅਕੋਮੋਡੇਸ਼ਨ ਜਾਣੀ ਕਿ ਹੋਟਲ ਵਰਗੀਆਂ ਚੀਜ਼ਾਂ ਵਿੱਚ 7.2% ਦਾ ਵਾਧਾ ਵੀ ਦਰਜ ਕੀਤਾ ਗਿਆ ਹੈ। ਕਲਾ ਅਤੇ ਮਨੋਰੰਜਨ ਸੈਕਟਰ ਵਿੱਚ 7.0% ਵਾਧਾ ਦਰਜ ਕੀਤਾ ਗਿਆ, ਪਰ ਪੈਂਡੈਮਿਕ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ ਅਜੇ ਵੀ ਇਹ ਘੱਟ ਦੱਸੀ ਜਾ ਰਹੀ ਹੈ। ਅਜੇ ਵੀ ਇਸ ਵਿੱਚ 12% ਦੀ ਕਮੀ ਹੈ। ਇਸ ਤੋਂ ਇਲਾਵਾ ਰੀਅਲ ਏਸਟੇਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਤਾਜ਼ਾ ਅੰਕੜੇ ਵਿੱਚ ਦੱਸਿਆ ਗਿਆ ਹੈ ਕਿ ਇਸ ਸੈਕਟਰ ਵਿੱਚ ਜੀਡੀਪੀ ਅੰਦਰ 25% ਦੀ ਕਮੀ ਦਰਜ ਕੀਤੀ ਗਈ ਹੈ। ਟੂਰਿਜ਼ਮ ਇੰਡਸਟਰੀ ਨੂੰ ਕੋਰੋਨਾ ਪੈਂਡੈਮਿਕ ਕਾਰਨ ਵੱਡਾ ਘਾਟਾ ਸਹਿਣਾ ਪਿਆ, ਪਰ ਹੁਣ ਉਹਨਾਂ ਨੂੰ ਉਮੀਦ ਹੈ ਕਿ ਇਹ ਘਾਟਾ ਜਲਦ ਪੂਰਾ ਹੋ ਜਾਵੇਗਾ। ਪਹਿਲਾਂ ਦੇ ਮੁਕਾਬਲੇ ਟੂਰਿਸਟ ਜ਼ਿਆਦਾ ਆਉਂਦੇ ਹੋਏ ਦਿਖਾਈ ਦੇ ਰਹੇ ਨੇ। ਫੈਡਰਲ ਸਰਕਾਰ ਵੱਲੋਂ ਵੀ ਅੰਤਰਰਾਸ਼ਟਰੀ ਯਾਤਰੀ ਤੇ ਡੋਮੈਸਟਿਕ ਯਾਤਰੀਆਂ ਨੂੰ ਵੱਡੀ ਰਾਹਤ ਦੇ ਦਿੱਤੀ ਗਈ ਹੈ। ਕੈਨੇਡਾ ਦੀ ਟੂਰਿਜ਼ਮ ਇੰਡਸਟਰੀ ਨੂੰ ਅਜੇ ਵੀ ਲੀਹਾਂ ਤੇ ਵਾਪਸ ਆਉਣ ਵਾਸਤੇ ਜਦੋਜਹਿਦ ਕਰਨੀ ਪੈ ਰਹੀ ਹੈ। ਹੁਣ ਸਮਰ ਦੌਰਾਨ ਟੂਰਿਜ਼ਮ ਇੰਡਸਟਰੀ ਨੂੰ ਇੱਕ ਉਮੀਦ ਹੈ ਕਿ ਜਲਦ ਹੀ ਉਹਨਾਂ ਵੱਲੋਂ ਰਿਕਵਰ ਕਰ ਲਿਆ ਜਾਵੇਗਾ। ਕੋਰੋਨਾ ਪੈਂਡੈਮਿਕ ਕਾਰਨ ਜਿਹੜਾ ਉਹਨਾਂ ਨੂੰ ਘਾਟਾ ਸਹਿਣਾ ਪਿਆ, ਉਸ ਤੋਂ ਬਾਹਰ ਨਿਕਲਣ ਦੀ ਹੁਣ ਇੰਡਸਟਰੀ ਵੱਲੋਂ ਉਮੀਦ ਪ੍ਰਗਟਾਈ ਜਾ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਯਾਤਰੀਆਂ ਸੰਬੰਧੀ ਕਈ ਤਰ੍ਹਾਂ ਦੀ ਰਾਹਤ ਐਲਾਨ ਦਿੱਤੀ ਗਈ ਹੈ। ਉਹਨਾਂ ਵੱਲੋਂ ਵੈਕਸੀਨੇਟਡ ਯਾਤਰੀਆਂ ਨੂੰ ਰਾਹਤ ਦਿੱਤੀ ਗਈ ਕਿ ਉਹਨਾਂ ਨੂੰ ਰੈਂਡਮ ਟੈਸਟਿੰਗ ਕਰਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਡੋਮੈਸਟਿਕ ਟਰੈਵਲਰਸ ਵਾਸਤੇ ਵੈਕਸੀਨੇਸ਼ਨ ਨੀਤੀ ਖਤਮ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਟੂਰਿਜ਼ਮ ਇੰਡਸਟਰੀ ਨੂੰ ਇੱਕ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਪਰੇਸ਼ਾਨੀ ਸਟਾਫ ਨਾਲ ਜੁੜੀ ਹੋਈ ਹੈ। ਬਹੁਤ ਸਾਰੇ ਟੂਰ ਆਪਰੇਟਰਸ ਵੱਲੋਂ ਲਗਾਤਾਰ ਸਟਾਫ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਵੱਲੋਂ ਆਪਣੇ ਘਾਟੇ ਨੂੰ ਪੂਰਾ ਕੀਤਾ ਜਾ ਸਕੇ। ਜਾਣਕਾਰੀ ਮੁਤਾਬਕ 2020 ਦੌਰਾਨ ਕੈਨੇਡਾ ਦੀ ਟੂਰਿਜ਼ਮ ਇੰਡਸਟਰੀ ਦੀ ਜੀਡੀਪੀ 50% ਹੇਠਾਂ ਆ ਗਈ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਆਰਥਿਕਤਾ ਪੱਖੋਂ ਇਸ ਵਿੱਚ 5.4% ਦੀ ਗਿਰਾਵਟ ਦਰਜ ਕੀਤੀ ਗਈ। ਡੋਮੈਸਟਿਕ ਟੂਰਿਜ਼ਮ ਐਕਟੀਵਿਟੀ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। 2019 ਦੇ ਮੁਕਾਬਲੇ ਇਸ ਵਿੱਚ 20% ਦੀ ਗਿਰਾਵਟ ਦੱਸੀ ਗਈ। ਇਸ ਤੋਂ ਇਲਾਵਾ ਇੰਟਰਨੈਸ਼ਨਲ ਟੂਰਿਜ਼ਮ ਇੰਡਸਟਰੀ ਵਿੱਚ 57% ਦਾ ਘਾਟਾ ਦੱਸਿਆ ਗਿਆ ਹੈ। ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਟੂਰਿਜ਼ਮ ਇੰਡਸਟਰੀ ਨੂੰ $3 ਬਿਲੀਅਨ ਦਾ ਵੱਡਾ ਘਾਟਾ ਪੈਂਡੈਮਿਕ ਦੌਰਾਨ ਸਹਿਣਾ ਪਿਆ। ਪਰ ਹੁਣ ਜਿਵੇਂ-ਜਿਵੇਂ ਹੌਲੀ-ਹੌਲੀ ਚੀਜ਼ਾਂ ਮੁੜ ਤੋਂ ਲੀਹਾਂ ਦੇ ਉੱਪਰ ਆਉਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ, ਤਾਂ ਟੂਰਿਜ਼ਮ ਦੀ ਮੰਗ ਵੀ ਪਹਿਲਾਂ ਦੇ ਮੁਕਾਬਲੇ ਵਧਦੀ ਜਾ ਰਹੀ ਹੈ। ਪ੍ਰੀ ਪੈਂਡੈਮਿਕ ਲੈਵਲ ਦੇ ਮੁਕਾਬਲੇ ਅਜੇ ਵੀ ਇਹ 15% ਹੇਠਾਂ ਹੈ, ਪਰ ਉਮੀਦ ਹੈ ਕਿ ਜਲਦ ਇਸ ਘਾਟੇ ਨੂੰ ਪੂਰਾ ਕਰ ਲਿਆ ਜਾਵੇਗਾ। ਪੈਂਡੈਮਿਕ ਦੇ ਮੁਕਾਬਲੇ ਹੁਣ ਬੁਕਿੰਗ ਵਿੱਚ 40% ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜੋ ਕਿ ਇੱਕ ਚੰਗੀ ਤੇ ਰਾਹਤ ਦੀ ਖਬਰ ਹੈ। ਵੱਖ-ਵੱਖ ਟੂਰਿਜ਼ਮ ਕੰਪਨੀਆਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਕਿੰਨੇ ਯਾਤਰੀ ਜਾਂ ਫਿਰ ਟੂਰਿਸਟ ਉਹਨਾਂ ਕੋਲ ਆ ਰਹੇ ਹਨ। ਇਹ ਵੀ ਪਤਾ ਚੱਲਿਆ ਕਿ ਅਪ੍ਰੈਲ ਮਹੀਨੇ ਦੌਰਾਨ ਯੂਐਸ ਤੋਂ ਆਉਣ ਵਾਲੇ 7,49,600 ਲੋਕਾਂ ਵੱਲੋਂ ਕੈਨੇਡਾ ਵਿੱਚ ਟ੍ਰਿਪ ਬੁੱਕ ਕੀਤੇ ਗਏ।
ਉਮੀਦ ਹੈ ਕਿ ਹੌਲੀ-ਹੌਲੀ ਇਸ ਵਿੱਚ ਹੋਰ ਵੀ ਵਾਧਾ ਦਰਜ ਕੀਤਾ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਰਿਟਾਇਰਮੈਂਟ ਦਾ ਐਲਾਨ ਕਰ ਦਿੱਤਾ ਗਿਆ। ਉਹ ਆਪਣਾ ਅਹੁਦਾ ਛੱਡਣ ਜਾ ਰਹੇ ਨੇ। ਆਪਣੇ ਅਹੁਦੇ ਨੂੰ ਕਿਉਂ ਛੱਡਣਾ ਚਾਹੁੰਦੇ ਨੇ, ਇਹ ਵੀ ਜਾਣਕਾਰੀ ਜੌਨ ਹੌਰਗਨ ਵੱਲੋਂ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਸਿਹਤ ਦੀ ਸਥਿਤੀ ਨੂੰ ਦੇਖਦਿਆਂ ਉਹ ਇਹ ਫੈਸਲਾ ਲੈਣ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਹੁਣ ਰਿਟਾਇਰ ਹੋਣ ਜਾ ਰਹੇ ਹਨ। ਆਪਣੀ ਰਿਟਾਇਰਮੈਂਟ ਦਾ ਖੁਦ ਜੌਨ ਹੌਰਗਨ ਵੱਲੋਂ ਐਲਾਨ ਕੀਤਾ ਗਿਆ। ਸਿਹਤ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਉਹਨਾਂ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਜੀ ਹਾਂ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਆਪਣੇ ਅਹੁਦੇ ਨੂੰ ਛੱਡਣ ਦਾ ਫੈਸਲਾ ਲਿਆ ਗਿਆ ਹੈ। ਉਹ ਹੁਣ ਲੀਡਰ ਦੇ ਤੌਰ ਤੇ ਆਪਣਾ ਅਹੁਦਾ ਛੱਡਣ ਜਾ ਰਹੇ ਨੇ। ਪ੍ਰੀਮੀਅਰ ਜੌਨ ਹੌਰਗਨ ਵੱਲੋਂ ਦੱਸਿਆ ਗਿਆ ਕਿ ਪਿਛਲੇ ਸਾਲ ਉਹਨਾਂ ਨੂੰ ਜੋ ਗਲ ਦਾ ਕੈਂਸਰ ਹੋਇਆ ਸੀ ਉਹ ਉਸ ਤੋਂ ਠੀਕ ਹੋ ਚੁੱਕੇ ਨੇ, ਪਰ ਪਹਿਲਾਂ ਦੇ ਮੁਕਾਬਲੇ ਉਹਨਾਂ ਦੀ એનર્ਜੀ ਘੱਟ ਹੈ ਤੇ ਇਹ ਸਹੀ ਵੇਲਾ ਹੈ ਕਿ ਉਹ ਰਿਟਾਇਰ ਹੋ ਜਾਣ। ਦੱਸ ਦਈਏ ਕਿ ਪ੍ਰੀਮੀਅਰ ਵੱਲੋਂ 10 ਦਿਨ ਪਹਿਲਾਂ ਹੀ ਇਹ ਫੈਸਲਾ ਲਿਆ ਗਿਆ, ਜਿਸ ਦੀ ਅੱਜ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹੌਰਗਨ ਆਪਣੇ ਅਹੁਦੇ ਤੇ ਉਦੋਂ ਤੱਕ ਬਣੇ ਰਹਿਣਗੇ ਜਦੋਂ ਤੱਕ ਨਵੇਂ ਪਾਰਟੀ ਲੀਡਰ ਦੀ ਚੋਣ ਨਹੀਂ ਹੋ ਜਾਂਦੀ। ਇਸ ਬਾਰੇ ਜੌਨ ਹੌਰਗਨ ਵੱਲੋਂ ਹੋਰ ਕਿਹੜੀਆਂ ਗੱਲਾਂ ਦੀ ਸਾਂਝ ਪਾਈ ਗਈ, ਆਓ ਤੁਹਾਨੂੰ ਸੁਣਾਉਂਦੇ ਹਾਂ। It's traditional for a leader to ask his colleagues what their plans are. Will they be running in the next election? Many of you will know, in fact, I'm pretty sure it's not a secret that I have gone through my second bout of cancer and successfully went through 35 radiation treatments, and I am currently cancer-free. My health is good, but my energy flags as the days go by. So before I could ask my colleagues what their plans were for the coming 2 years and beyond, I had to ask myself that. My wife Ellie, the love of my life, spent a week, I guess 10 days ago, on the west coast of Vancouver Island in my constituency, reflecting on what we wanted to do with the rest of our lives before I asked that question of my colleagues. And we came to the conclusion that I'm not able to make another 6-year commitment to this job. And as a result, I've asked Darren Shumahetsa, the president of the BC NDP, to work with our governing body, the Provincial Council and the Executive, to select a date in the fall for a leadership convention. This has been the thrill of my life to be the Premier of British Columbia, and I will be the Premier of British Columbia tomorrow and the day after that and the day after that. There has been endless speculation as a result of my recent battle with cancer about what my plans would be. I want to put the speculation to rest so we can get back to what really matters, and that's the issues before British Columbians. This has never been about me. I have tried to make my leadership a statement about the strength of my colleagues and our ability to work collaboratively to get good outcomes for the people that we represent. That's my way, that's how I roll, and that's what I'll be continuing to do in the weeks ahead. As leader of the Council of Federation, premiers across the country will be assembling in Victoria, where the number one issue on the table is a commitment from the federal government to sit down with the provinces and resolve the crisis in public health care. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਵੱਡੀ ਖੁਸ਼ਖਬਰੀ, ਹੁਣ 18 ਮਹੀਨਿਆਂ ਦੇ ਓਪਨ ਵਰਕ ਪਰਮਿਟ ਦਾ ਐਲਾਨ। 에ਅਰ ਕੈਨੇਡਾ ਵੱਲੋਂ ਉਡਾਨਾਂ ਰੱਦ ਕਰਨ ਦਾ ਐਲਾਨ 에ਅਰਲਾਈਨ ਨੇ ਸਾਂਝੀ ਕੀਤੀ ਇਸ ਦੀ ਜਾਣਕਾਰੀ। ਸਿਟੀਜ਼ਨਸ਼ਿਪ ਅਰਜ਼ੀਆਂ ਵਾਸਤੇ ਫੀਸ ਮੁਆਫ, ਇਮੀਗ੍ਰੇਸ਼ਨ ਮੰਤਰੀ ਨੇ ਦਿੱਤੀ ਜਾਣਕਾਰੀ। ਇਮੀਗ੍ਰੇਸ਼ਨ ਵਿੱਚ ਦੇਰੀ ਤੇ ਟਰੂਡੋ ਦਾ ਬਿਆਨ ਕਿਹਾ ਚੱਲ ਜਾਵੇਗਾ, ਫਾਈਲਾਂ ਤੇ ਫੈਸਲਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।